ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਣੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਨਿਰਗੁਣਿਆਰ ਆਨਿਆ ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਨਾਲ। ਨਿਰਗੁਣਿਆਰ ਆਨਿਆ ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਨਾਲ। ਅਸ਼ਟਪਦੀ। ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿਗਾਰਿਆ ਗਰਭ ਅਗਨ ਮੈਂ ਜਿਨਹਿ ਉਵਾਰਿਆ। ਬਾਰ ਬਿਵਸਥਾ ਤੁਝੇ ਪਿਆਰੈ ਦੂਧ ਭਾਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਇਓ ਬੈਠਕੋ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜੈ। ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਓ ਬੈਠਕੋ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰਾਖੇ। ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ
ਬਾਣੀ ਦੀ ਵਿਚਾਰ ਲੜੀਵਾਰ ਵਿਚਾਰ ਕਾਫੀ ਸਮੇਂ ਤੋਂ ਹੋ ਰਹੀ ਹੈ। ਵਿਚਾਰ ਗੌੜੀ ਰਾਗ ਦੇ ਅੰਦਰ ਸੁਖਮਨੀ ਸਾਹਿਬ ਜੀ ਦੀ ਬਾਣੀ 'ਤੇ ਪਹੁੰਚੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਜੀਵਾਂ ਨੂੰ ਸੁੱਖ ਦੇਣ ਵਾਲੀ ਹੈ। ਜੇ ਇਹ ਜੀਵ ਬਾਣੀ ਨੂੰ ਸੁਣ ਕੇ ਬਾਣੀ 'ਤੇ ਅਮਲ ਕਰਕੇ ਬਾਣੀ ਦੀ ਵਿਚਾਰ ਨੂੰ ਸ਼ਰਵਣ ਕਰਕੇ ਆਪਣੇ ਜੀਵਨ ਦੇ ਵਿੱਚ ਹੰਢਾਉਣਾ ਕਰੇ। ਮਹਾਰਾਜ ਜੀ ਦੀ ਬਾਣੀ ਇਸ ਜੀਵ ਨੂੰ ਲੋਕ ਤੇ ਪਰਲੋਕ ਵਿੱਚ ਸੁਹੇਲਾ ਕਰਨ ਵਾਲੀ ਹੈ, ਸੌਖਾ ਕਰਨ ਵਾਲੀ ਹੈ। ਇਸ ਦੁਨੀਆ ਦੇ ਵਿੱਚ ਜੀਵਨ ਜਿਉਣ ਦੀ ਜਾਂਚ ਦੱਸਦੀ ਹੈ ਤੇ ਇੱਥੇ ਜਦੋਂ ਜੀਵਨ ਆਪਣਾ ਸਫਲਾ ਕਰ ਲਏਗਾ ਤਾਂ ਪਰਲੋਕ ਵੀ ਸਫਲਾ ਹੋ ਜਾਏਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਦੇ ਅੰਦਰ ਸਮਝਾ ਰਹੇ ਹਨ, ਨਿਰਗੁਣਿਆਰ ਏਆਨਿਆ ਸੋ ਪ੍ਰਭ ਸਦਾ ਸੰਭਾਲ। ਮਹਾਰਾਜ ਜੀ ਕਹਿਣ ਲੱਗੇ, ਹੇ ਨਿਰਗੁਣਿਆਰ, ਗੁਣਾ ਤੋਂ ਰਹਿਤ, ਗੁਣਾ ਤੋਂ ਹੀਣਿਆ, ਅਗਿਆਨ ਭਾਵ ਬੱਚੇ ਦੀ ਨਿਆਈ ਜੀਵ, ਸੋ ਪ੍ਰਭ ਸਦਾ ਸੰਭਾਲ, ਸੋ ਉਸ ਹਰੀ ਵਾਹਿਗੁਰੂ ਨੂੰ ਸੰਭਾਲਣਾ ਕਰ। ਜਿਨ ਕੀਆ ਤਿਸ ਚੀਤ ਰੱਖ, ਜਿਸ ਪਰਮੇਸ਼ਰ ਨੇ ਮਨੁੱਖਾ ਜਨਮ ਦੇ ਕੇ ਤੈਨੂੰ ਪੈਦਾ ਕੀਤਾ ਹੈ, ਉਸ ਪਰਮੇਸ਼ਰ ਨੂੰ ਹਿਰਦੇ ਵਿੱਚ ਯਾਦ ਰੱਖਣਾ ਕਰ। ਨਾਨਕ ਨਿਭਹੀ ਨਾਲ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਤੇਰੇ ਨਾਲ ਪਰਲੋਕ ਦੇ ਵਿੱਚ ਨਿਭੇਗਾ, ਭਾਵ ਸਹਾਈ ਹੋਵੇਗਾ। ਨਿਰਗੁਣਿਆਰ ਏਆਨਿਆ, ਹੇ ਨਿਰਗੁਣਿਆਰ, ਗੁਣਾ ਤੋਂ ਰਹਿਤ, ਏਆਨਿਆ ਏਆਣਿਆ, ਅਗਿਆਤ ਭਾਵ ਬੱਚੇ ਦੀ ਨਿਆਈ ਜੀਵ, ਸੋ ਪ੍ਰਭ ਸਦਾ ਸੰਭਾਲ, ਸੋ ਉਹ ਹਰੀ ਪ੍ਰਭੂ ਵਾਹਿਗੁਰੂ ਨੂੰ ਹਮੇਸ਼ਾ ਸੰਭਾਲ ਹੁੰਦਾ, ਸੰਭਾਲਣਾ ਕਰ, ਯਾਦ ਕਰਨਾ ਕਰ। ਉਸ ਦੇ ਨਾਮ ਨੂੰ, ਉਸ ਦੀ ਸਿਫਤ ਸਲਾਹ ਵਡਿਆਈ ਨੂੰ ਸੰਭਾਲਣਾ ਕਰ, ਉਸ ਦਾ ਨਾਮ ਜਪਿਆ ਕਰ। ਜਿਨ ਕੀਆ ਤਿਸ ਚੀਤ ਰੱਖ, ਜਿਸ ਪਰਮੇਸ਼ਰ ਨੇ ਮਨੁੱਖਾ ਜਨਮ ਦੇ ਕੇ ਤੈਨੂੰ ਪੈਦਾ ਕੀਤਾ ਹੈ, ਉਸ ਪਰਮੇਸ਼ਰ ਨੂੰ ਚੀਤ ਰੱਖ, ਚੀਤ ਚਿੱਤ ਦੇ ਵਿੱਚ, ਹਿਰਦੇ ਵਿੱਚ ਯਾਦ ਰੱਖਣਾ ਕਰ। ਨਾਨਕ ਨਿਭਹੀ ਨਾਲ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਤੇਰੇ ਨਾਲ, ਤੇਰੇ ਸਾਥ ਪਰਲੋਕ ਦੇ ਵਿੱਚ ਨਿਵੇਗਾ, ਭਾਵ ਸਹਾਈ ਹੋਵੇਗਾ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ, ਹੇ ਪ੍ਰਾਨੀ ਪ੍ਰਾਣ ਧਾਰੀ ਜੀਵ, ਤੂੰ ਰਮਈਆ ਰਮੇ ਹੋਏ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਚੇਤੇ ਕਰ। ਕਾਵਨ ਮੂਲ ਤੇ ਕਾਵਨ ਦ੍ਰਿਸ਼ਟਾਨੀ, ਕਾਵਨ ਕਿਸ ਮੂਲ ਕਿਸ ਮੁੱਢ ਤੋਂ ਤੈਨੂੰ ਕੈਸਾ ਸੁੰਦਰ ਬਣਾ ਕੇ ਦ੍ਰਿਸ਼ਟਾਨੀ ਦਿਖਾ ਦਿੱਤਾ ਹੈ, ਭਾਵ ਮਾਤਾ ਦੀ ਰਕਤ ਤੇ ਪਿਤਾ ਦੀ ਬੀਰਜ ਤੋਂ, ਪਿਤਾ ਦੀ ਬਿੰਦ ਤੋਂ ਤੇਰੀ ਕਿਤਨੀ ਸੁੰਦਰ ਦੇਹੀ ਬਣਾ ਕੇ ਦਿਖਾਉਣਾ ਕੀਤੀ ਹੈ। ਹੇ ਪ੍ਰਾਣੀ, ਹੇ ਜੀਵ, ਤੂੰ ਰਮਈਆ ਨੂੰ ਰਮੇ ਹੋਏ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰ। ਕਾਵਨ ਮੂਲ ਤੇ ਕਾਵਨ ਕਿਸ ਮੂਲ ਕਿਸ ਮੁੱਢ ਤੋਂ ਤੈਨੂੰ ਕਾਵਨ ਕੈਸਾ ਸੁੰਦਰ ਬਣਾ ਕੇ, ਕਾਵਨ ਦ੍ਰਿਸ਼ਟਾਨੀ ਤੇ ਦ੍ਰਿਸ਼ਟਾਨੀ ਦਿਖਾ ਦਿੱਤਾ ਹੈ। ਕਾਵਨ ਕੈਸਾ ਸੁੰਦਰ ਤੇਰਾ ਸਰੂਪ ਬਣਾ ਕੇ ਦਿਖਾ ਦਿੱਤਾ ਹੈ, ਭਾਵ ਮਾਤਾ ਦੀ ਰਕਤ ਤੇ ਪਿਤਾ ਦੀ ਬਿੰਦ ਤੋਂ ਤੇਰੀ ਕਿਤਨੀ ਸੁੰਦਰ ਦੇਹੀ ਬਣਾ ਕੇ ਦਿਖਾਉਣਾ ਕੀਤਾ ਹੈ। ਕਾਵਨ ਮੂਲ ਪ੍ਰਾਨੀ ਕਾ ਕਹੀਐ, ਕਾਵਨ ਰੂਪ ਦ੍ਰਿਸ਼ਟਾਇਓ, ਜੋਤ ਪ੍ਰਗਾਸ ਭਈ ਮਾਟੀ ਸੰਗ, ਦਰਲਭ ਦੇ ਬਖਾਨਿਓ। ਕਿ ਕਾਵਨ ਮੂਲ ਪ੍ਰਾਨੀ ਕਾ ਕਹੀਐ, ਕਿ ਇਸ ਜੀਵ ਦਾ ਮੂਲ ਮੁੱਢ ਕਿਹੇ ਜਾ ਕਹੀਏ, ਕਾਵਨ ਰੂਪ ਕਿਹੜਾ ਇਸ ਦਾ ਰੂਪ, ਦ੍ਰਿਸ਼ਟਾਨਿਓ ਕਿ ਦਿਖਾਉਣਾ ਕੀਤਾ ਹੈ ਉਸ ਪਰਮੇਸ਼ਰ ਨੇ। ਜੋਤ ਪ੍ਰਕਾਸ਼ ਭਈ ਮਾਟੀ ਸੰਗ, ਇਹ ਮਿੱਟੀ ਦੀ ਦੇਹ ਦੇ ਵਿੱਚ ਪਰਮੇਸ਼ਰ ਨੇ
ਜੋਤ ਦਾ ਪ੍ਰਕਾਸ਼ ਕੀਤਾ ਹੈ। ਦੁਰਲੱਭ ਦੇ ਬਖਾਨਿਓ ਕਿ ਇਹ ਦੁਰਲੱਭ ਦੇਹੀ ਇਸ ਪਰਮੇਸ਼ਰ ਨੇ ਬਣਾ ਕੇ ਦਿਖਾਉਣਾ ਕੀਤੀ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਸ ਪਰਮੇਸ਼ਰ ਨੇ ਪੰਜ ਤੱਤਾਂ ਤੋਂ ਤੈਨੂੰ ਸਾਜ ਕਰਕੇ ਉਤਪੰਨ ਕਰਕੇ ਸੂਖਮ ਸਥੂਲ ਅੰਗਾਂ ਦੁਆਰਾ ਸਵਾਰ ਕੇ ਚੰਗੇ ਕੱਪੜਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਭਾਵ ਜੇ ਅੱਖਾਂ ਤੇ ਪਲਕਾਂ ਨਾ ਹੁੰਦੀਆਂ ਤਾਂ ਮੱਖੀਆਂ ਨੇ ਖਾ ਜਾਣਾ ਸੀ, ਚਮੜੀ ਨਾ ਹੁੰਦੀ ਤਾਂ ਜਾਨਵਰਾਂ ਨੇ ਖਾ ਜਾਣਾ ਸੀ। ਕੇਸ ਮਾਗਰਵਾਂ ਦੇ ਬਚਾ ਵਾਸਤੇ ਦਿੱਤੇ ਹਨ। ਕੰਨਾਂ ਦੀਆਂ ਸੱਜੀਆਂ ਨਾ ਹੁੰਦੀਆਂ ਕਿਤਨਾ ਭੈੜਾ ਲੱਗਣਾ ਸੀ। ਇਹ ਪਰਮੇਸ਼ਰ ਨੇ ਸ਼ਿੰਗਾਰ ਤੈਨੂੰ ਦਿੱਤੇ ਹਨ, ਸਾਜ ਸਵਾਰ ਕੇ ਤੈਨੂੰ ਇਹ ਸਰੀਰ ਤੇਰਾ ਬਣਾਉਣਾ ਕੀਤਾ ਹੈ। ਗਰਭ ਅਗਨ ਮੈਂ ਜਿਨ ਹੀ ਉਵਾਰਿਆ ਕਿ ਜਿਸ ਪਰਮੇਸ਼ਰ ਨੇ ਤੈਨੂੰ ਮਾਤਾ ਦੇ ਗਰਭ, ਮਾਤਾ ਦੇ ਪੇਟ ਵਿੱਚ ਜਠਰ ਅਗਨੀ ਤੋਂ ਉਵਾਰਿਆ, ਬਚਾਇਆ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਸ ਪਰਮੇਸ਼ਰ ਨੇ ਪੰਜ ਤੱਤਾਂ ਤੋਂ ਤੈਨੂੰ ਸਾਜ ਕੇ ਉਤਪੰਨ ਕਰਕੇ ਸੂਖਮ ਸਥੂਲ ਅੰਗਾਂ ਦੁਆਰਾ ਸਵਾਰ ਕੇ ਚੰਗੇ ਕੱਪੜਿਆਂ ਨਾਲ ਸ਼ਿੰਗਾਰਿਆ ਹੈ। ਗਰਭ ਅਗਨ ਮੈਂ ਜਿਨ ਹੀ ਉਵਾਰਿਆ, ਜਿਸ ਪਰਮੇਸ਼ਰ ਨੇ ਤੈਨੂੰ ਮਾਤਾ ਦੇ ਗਰਭ, ਮਾਤਾ ਦੇ ਪੇਟ ਵਿੱਚ ਜਠਰ ਅਗਨੀ ਤੋਂ ਉਵਾਰਿਆ, ਬਚਾਇਆ ਹੈ। ਜੈਸਾ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹ ਤੁਮ ਰਾਖਣ ਹਾਰੇ। ਕਿ ਹੇ ਪਰਮੇਸ਼ਰ ਤੂੰ ਮਾਤਾ ਦੇ ਗਰਭ ਦੇ ਵਿੱਚ ਸਿਮਰਨ ਦਿੰਦਾ ਹੈ, ਤਹ ਤੁਮ ਰਾਖਣ ਹਾਰੇ, ਉੱਥੇ ਹੀ ਸਿਮਰਨ ਦੇ ਸਦਕਾ ਤੂੰ ਰੱਖਣ ਵਾਲਾ ਹੈ। ਬਾਰ ਵਿਵਸਥਾ ਤੁਝ ਹੈ ਪਿਆਰੈ ਦੂਧ, ਬਾਰ ਵਿਵਸਥਾ ਤੁਝ ਹੈ ਪਿਆਰੈ ਦੂਧ। ਤੁਝ ਹੈ ਤੈਨੂੰ ਜੰਮਦੇ ਨੂੰ ਬਾਰ ਹੁੰਦਾ, ਬਾਲਕ ਵਿਵਸਥਾ ਵਿੱਚ ਮਾਤਾ ਦੇ ਆਸਥਣਾ ਵਿੱਚੋਂ ਦੁੱਧ ਪਿਲਾਉਣਾ ਕੀਤਾ ਹੈ। ਉਸ ਪਰਮੇਸ਼ਰ ਨੇ ਕੈਸੀ ਰਚਨਾ ਰਚੀ ਹੈ ਇਸ ਸਰੀਰ ਦੀ ਕਿ ਤੇਰੇ ਵਾਸਤੇ ਤੈਨੂੰ ਜੰਮਦੇ ਨੂੰ ਬਾਲਕ ਅਵਸਥਾ ਵਿੱਚ ਮਾਤਾ ਦੇ ਆਸਥਨਾ ਵਿੱਚੋਂ ਦੁੱਧ ਪਿਲਾਉਣਾ ਕੀਤਾ ਹੈ। ਭਾਰ ਜੋਬਨ ਭੋਜਨ ਸੁਖ ਸੂਦ, ਜਿਸ ਨੇ ਭਾਰ ਜੋਬਨ ਜਵਾਨੀ ਭਰ ਵਿੱਚ ਚੰਗੇ ਭੋਜਨ ਖਾਣ ਤੇ ਸੁੱਖਾਂ ਦੀ ਸੋਝੀ ਦਿੱਤੀ ਹੈ। ਬਿਰਧ ਭਇਆ ਉਪਰ ਸਾਕ ਸੈਨ, ਜਦੋਂ ਬਿਰਧ ਬੁੱਢਾ ਹੋਇਆ ਤਾਂ ਤੇਰੀ ਸੇਵਾ ਵਾਸਤੇ ਉੱਤੇ ਸਾਕ ਸੰਬੰਧੀ ਅਤੇ ਸੈਨ ਸਾਥੀ ਲਾ ਦਿੱਤੇ ਹਨ। ਤੇਰੀ ਬਿਰਧ ਭਇਆ ਉਪਰ ਸਾਕ ਸੈਨ, ਜਦੋਂ ਹੇ ਜੀਵ ਬੁੱਢਾ ਹੋਇਆ ਤਾਂ ਤੇਰੀ ਸੇਵਾ ਵਾਸਤੇ ਉੱਤੇ ਸਾਕ ਸੰਬੰਧੀ ਅਤੇ ਸੈਨ ਸਾਥੀ ਲਾ ਦਿੱਤੇ। ਮੁਖ ਅਪਿਆਇਓ ਬੈਠਕੋ ਦੈਨ, ਜੋ ਮੁਖ ਮੂੰਹ ਵਿੱਚ ਅੰਮ੍ਰਿਤ ਵਰਗੇ ਭੋਜਨ ਬੈਠੇ ਨੂੰ ਦਿੰਦੇ ਹਨ, ਉਹ ਬੁੱਢੇ ਹੋਏ ਦੇ ਤੇਰੇ ਉੱਪਰ ਸਾਕ ਸੰਬੰਧੀ ਲਾਏ ਹੋਏ ਹਨ, ਜੋ ਤੈਨੂੰ ਤੇਰੇ ਮੂੰਹ ਦੇ ਵਿੱਚ ਅੰਮ੍ਰਿਤ ਵਰਗੇ ਭੋਜਨ ਬੈਠੇ ਨੂੰ ਦਿੰਦੇ ਹਨ। ਭਾਵ ਬੈਠੇ ਦੀ ਸੇਵਾ ਕਰਦੇ ਹਨ, ਪਰ ਕਿਸੇ ਦੇ ਲਾਇਕ ਹੁੰਦੇ ਹਨ। ਪਰਮੇਸ਼ਰ ਵੱਲੋਂ ਤਾਂ ਹਰੇਕ ਨੂੰ ਸਾਕ ਸੰਬੰਧੀ ਬੱਚੇ ਬਖਸ਼ਿਸ਼ ਕੀਤੇ ਹਨ, ਪਰ ਕਿਸੇ ਦੇ ਲਾਇਕ ਹੁੰਦੇ ਹਨ ਜੋ ਸੇਵਾ ਕਰਦੇ ਹਨ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਹੇ ਪਰਮੇਸ਼ਰ, ਇਹ ਜੀਵ ਇਤਨੇ ਗੁਣ ਦਿੱਤਿਆਂ ਤੋਂ ਵੀ ਨਿਰਗੁਣ ਗੁਣਾਂ ਤੋਂ ਰਹਿਤ ਹੈ, ਕਿਉਂਕਿ ਤੇਰੀ ਪ੍ਰਾਪਤੀ ਵਾਲੇ ਗੁਣ ਕੁਝ ਵੀ ਇਸ ਵਿੱਚ ਨਹੀਂ ਆਏ। ਬਖਸ਼ ਲਿਹੋ ਤੋ ਨਾਨਕ ਸੀਜੈ, ਤੇ ਤੁਹਾਡੇ ਪਰੇ ਪਰੋਪਕਾਰ ਨੂੰ ਕੁਝ ਵੀ ਨਹੀਂ ਸਮਝਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇ ਕਿਰਪਾ ਕਰਕੇ ਬਖਸ਼ ਲਓਗੇ ਤਾਂ ਹੀ ਇਹ ਜੀਵ
ਸੀਜੈ ਹੁੰਦਾ ਮੁਕਤ ਰੂਪ ਹੋ ਜਾਵੇਗਾ। ਮਹਾਰਾਜ ਜੀ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। हे ਪਰਮੇਸ਼ਰ ਇਹ ਜੀਵ ਇਤਨੇ ਗੁਣ ਦਿੱਤਿਆਂ ਤੋਂ ਵੀ ਨਿਰਗੁਣ ਹੈ, ਗੁਣਾ ਤੋਂ ਰਹਿਤ ਹੈ, ਕਿਉਂਕਿ ਤੇਰੀ ਪ੍ਰਾਪਤੀ ਵਾਲੇ ਗੁਣ ਕੁਝ ਵੀ ਇਸ ਵਿੱਚ ਨਹੀਂ ਆਏ ਤੇ ਤੁਹਾਡੇ ਪਰਉਪਕਾਰ ਨੂੰ ਕੁਝ ਵੀ ਨਹੀਂ ਸਮਝਦਾ। ਬਖਸ਼ ਲਿਓ ਨਾਨਕ, ਬਖਸ਼ ਲਿਓ ਤੋ ਨਾਨਕ ਸੀਜੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇ ਕਿਰਪਾ ਕਰਕੇ ਬਖਸ਼ ਲਓਗੇ ਤਾਂ ਹੀ ਇਹ ਜੀਵ ਮੁਕਤ ਰੂਪ ਹੋਏਗਾ। ਜਿਹ ਪ੍ਰਸਾਦ ਧਾਰ ਉਪਰ ਸੁਖ ਬਸਹੇ, ਸੁਤ ਭਰਾਤ ਮੀਤ ਬੰਤਾ ਸੰਗ ਹਸਹੇ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਇੱਕ ਇੱਕ ਪ੍ਰਕਰਨ ਦੇ ਵਿੱਚ ਪੂਰੇ ਤਰ੍ਹਾਂ ਸਮਝਾ ਦਿੰਦੇ ਹਨ ਕਿ ਤੂੰ ਕਿਸ ਕੰਮ ਆਇਆ ਹੈ, ਕੀ ਕਰਨਾ ਹੈ, ਇੱਥੇ ਕੀ ਕਰ ਰਿਹਾ ਹੈ। ਮਹਾਰਾਜ ਜੀ ਕਥਨ ਕਰਦੇ ਹਨ ਜਿਹ ਪ੍ਰਸਾਦ ਧਾਰ ਉਪਰ ਸੁਖ ਵਸਹੇ। ਹੇ ਜੀਵ ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਤੂੰ ਧਾਰ ਹੁੰਦਾ ਧਰਤੀ ਉੱਪਰ, ਧਰਤੀ ਉੱਤੇ ਸੁਖੀ ਵਸਦਾ ਹੈ। ਸੁਤ ਭਰਾਤ ਮੀਤ ਬੰਤਾ ਸੰਗ ਹਸੇ, ਅਤੇ ਜਿਸ ਦੀ ਕਿਰਪਾ ਨਾਲ ਸੁਤ ਪੁੱਤਰ, ਭਰਾਤ ਭਰਾ, ਮੀਤ ਮਿੱਤਰ ਤੇ ਬੰਤਾ ਸੁਪਤਨੀ ਸੰਗ, ਸੁਪਤਨੀ ਨਾਲ ਮਿਲ ਕੇ ਹੱਸਦਾ ਹੈ। ਜਿਹ ਪ੍ਰਸਾਦ ਧਾਰ ਉਪਰ ਸੁਖ ਵਸਹੇ। ਹੇ ਜੀਵ ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਤੂੰ ਧਰਤੀ ਉੱਤੇ ਸੁਖੀ ਵਸਦਾ ਹੈ, ਅਤੇ ਸੁਤ ਭਰਾਤ ਮੀਤ ਬੰਤਾ ਸੰਗ ਹਸੇ, ਜਿਸ ਦੀ ਕਿਰਪਾ ਨਾਲ ਤੂੰ ਸੁਤ ਪੁੱਤਰ, ਭਰਾਤ ਭਰਾ, ਮੀਤ ਮਿੱਤਰ ਤੇ ਬੰਤਾ ਸੁਪਤਨੀ ਨਾਲ ਮਿਲ ਕੇ ਹੱਸਦਾ ਹੈ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ। ਜਿਹ ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੂੰ ਸੀਤਲ ਠੰਡਾ ਜਲਾ ਪਾਣੀ ਪੀਵਹਿ ਪੀਂਦਾ ਹੈ। ਸੁਖਦਾਈ ਪਾਵਨ ਪਾਵਕ ਅਮੋਲਾ। ਹੈ ਜੀਵ ਇਹ ਜੀਵਨ ਵਿੱਚ ਹਵਾ ਪਾਵਕ ਅੱਗ ਤੈਨੂੰ ਅਮੁੱਲਾ ਮੁੱਲ ਤੋਂ ਰਹਿਤ ਅਨੇਕਾਂ ਸੁੱਖ ਦੇਣ ਵਾਲੇ ਹਨ। ਜਿਹ ਪ੍ਰਸਾਦ ਭੋਗ ਹੈ ਸਭ ਰਸਾ, ਕਿ ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਸਾਰੇ ਰਸਾਂ ਕਸਾਂ ਨੂੰ ਰਸਨਾ ਕਰਕੇ ਭੋਗਦਾ ਹੈ। ਸਗਲ ਸਮੱਗਰੀ ਸੰਗ ਸਾਥ ਬਸਾ। ਸਗਲ ਸਾਰੇ ਪਦਾਰਥਾਂ ਦੀ ਸਮੱਗਰੀ ਸਮੁਦਾਇ ਤੇਰੇ ਨਾਲ, ਤੇਰੇ ਸੰਗ ਸਾਥੀ ਹੋ ਕੇ ਵਸ ਰਹੇ ਹਨ। ਦੀਨੇ ਹਸਤ ਭਾਵ ਕਰਨ ਨੇਤਰ ਰਸਨਾ। ਜਿਸ ਵਾਹਿਗੁਰੂ ਨੇ ਹਸਤ ਭਾਵ, ਹਸਤ ਹੱਥ ਭਾਵ ਪੈਰ, ਕਰਨ ਕੰਨ, ਨੇਤਰ ਅੱਖਾਂ ਤੇ ਰਸਨਾ ਜਿਹਬਾ ਆਦਿਕ ਸਾਰੇ ਇੰਦਰੀਏ ਦਿੱਤੇ ਹਨ। ਤਿਸਹੇ ਤਿਆਗ ਆਵਰ ਸੰਗ ਰਚਨਾ, ਕਿ ਉਸ ਪਰੋਪਕਾਰੀ ਵਾਹਿਗੁਰੂ ਨੂੰ ਤਿਆਗ ਕੇ ਛੱਡ ਕੇ ਆਵਰ ਹੋਰ ਨਾ ਪਦਾਰਥਾਂ ਨਾਲ ਰਚਨਾ ਕਰ ਰਿਹਾ ਹੈ, ਕਿ ਭਾਵ ਉਹਨਾਂ ਪਦਾਰਥਾਂ ਵਿੱਚ ਮਿਲ ਰਿਹਾ ਹੈ। ਐਸੇ ਦੋਖ ਮੂੜ ਅੰਧ ਵਿਆਪੇ। ਅਜਿਹੇ ਪ੍ਰੋਵਕ ਦੋਖ, ਐਸੋ ਦੋਖ ਮੂੜ ਅੰਧ ਵਿਆਪੇ, ਕਿ ਅਜਿਹੇ ਪੁਰਬੋਕਤ ਦੋਸ ਮੂਰਖ ਅੰਨੇ ਅਗਿਆਨੀ ਪੁਰਸ਼ ਨੂੰ ਵਿਆਪੇ ਹਨ, ਲੱਗ ਰਹੇ ਹਨ। ਨਾਨਕ ਕਾਢ ਲਿਓ ਪ੍ਰਭ ਆਪੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਵਾਹਿਗੁਰੂ, ਹੇ ਪਰਮੇਸ਼ਰ, ਆਪਣੇ ਜਾਣ ਕੇ ਆਪ ਹੀ ਇਹਨਾਂ ਗੁਨਾਹਾਂ ਵਿੱਚੋਂ ਕੱਢ ਲੈਣਾ ਕਰੋ। ਆਦ ਅੰਤ ਜੋ ਰਾਖਣ ਹਾਰ। ਜਿਹੜਾ ਪਰਮੇਸ਼ਰ ਆਦ ਮੁੱਢ ਭਾਵ ਮਾਤਾ ਦੇ ਗਰਭ ਵਿੱਚ ਤੇ ਅੰਤ ਅਖੀਰ ਜਮਦੂਤਾਂ ਤੋਂ ਰਾਖਣਹਾਰ ਰੱਖਿਆ ਕਰਨ ਵਾਲਾ ਹੈ, ਤਿਸ ਸਿਉ ਪ੍ਰੀਤ ਨਾ ਕਰੈ ਗਵਾਰ। ਉਸ ਪਰਮੇਸ਼ਰ ਨਾਲ ਗਵਾਰ ਮੂਰਖ ਪੁਰਖ ਪ੍ਰੀਤ ਨਹੀਂ ਕਰਦਾ, ਸਨੇਹ ਨਹੀਂ ਕਰਦਾ। ਜਾਂ ਕੀ ਸੇਵਾ ਨਾਮ ਨਿਧ ਪਾਵੈ। ਜਿਸ ਵਾਹਿਗੁਰੂ ਦੀ ਸੇਵਾ ਟਹਿਲ ਕਰਕੇ ਨਾਮ ਨਿਧ 9 ਨਿਧੀਆਂ ਪਾਈਦੀਆਂ ਹਨ,
9 ਨਿਧੀਆਂ ਪਾਈਦੀਆਂ ਹਨ। ਜਿਸ ਵਾਹਿਗੁਰੂ ਦੀ ਸੇਵਾ ਕਰਨ ਕਰਕੇ 9 ਨਿਧੀਆਂ ਪਾਈਦੀਆਂ ਹਨ। 9 ਨਿਧੀਆਂ ਇਹ ਹਨ ਕਿ ਪਹਿਲੀ ਪਦਮ ਸੋਨਾ ਚਾਂਦੀ, ਦੂਜੀ ਮਹਾਪਦਮ ਹੀਰੇ ਜਵਾਹਰ, ਤੀਜੀ ਮਕਰ ਸ਼ਾਸਤਰ ਵਿਦਿਆ ਦੀ ਪ੍ਰਾਪਤੀ ਤੇ ਮਾਣ, ਚੌਥੀ ਕਛਪ ਕੱਪੜੇ ਦਾਣੇ ਦੀ ਸੌਦਾਗਰੀ, ਪੰਜਵੀਂ ਮੁਕੰਦ ਰਾਗ ਆਦਿਕ ਕੋਮਲ ਹੁਰਨਾਂ ਦੀ ਪ੍ਰਾਪਤੀ, ਕਿ ਛੇਵੀਂ ਕੁੰਦ ਸੋਨੇ ਦੀ ਸੌਦਾਗਰੀ, ਸੱਤਵੀਂ ਨੀਲ ਮੋਤੀ ਮੂੰਗੇ ਦੀ ਸੌਦਾਗਰੀ, ਤੇ ਅੱਠਵਾਂ ਬਰਚ ਹਾਥੀ ਘੋੜੇ ਹੋਣੇ, ਤੇ ਨੌਵਾਂ ਸ਼ੰਖ ਸੋਹਣੇ ਖਾਣੇ ਤੇ ਕੱਪੜੇ। ਉਸ ਕਿ ਇਹ 9 ਨਿਧੀਆਂ ਹਨ, ਉਸ ਹਰੀ ਨਾਲ ਮੂੜਾ ਮੂਰਖ ਮਨ ਦੀ ਪ੍ਰੀਤੀ, ਹਿਰਦੇ ਦੀ ਪ੍ਰੀਤੀ ਨਹੀਂ ਲਾਉਂਦਾ, ਜਿਹੜਾ 9 ਨਿਧੀਆਂ ਦੇ ਖਜ਼ਾਨੇ ਬਖਸ਼ਣ ਵਾਲਾ ਹੈ। ਜੋ ਠਾਕੁਰ ਸਦ ਸਦਾ ਹਜੂਰੇ, ਜੋ ਜਿਹੜਾ ਠਾਕੁਰ ਉਤਪਤੀ ਪਾਲਣਾ ਤੇ ਲਹਿਤਾ ਕਰਨ ਵਾਲਾ, ਸਦ ਸਦਾ ਹਮੇਸ਼ਾ ਹਮੇਸ਼ਾ ਹੀ ਨੇੜੇ ਤੋਂ ਨੇੜੇ, ਹਜੂਰੇ ਭਾਵ ਸਾਹਮਣੇ ਸਾਨਮੁਖ ਹੈ, ਤਾਂ ਕੋ ਅੰਧਾ ਜਾਣਤ ਦੂਰੇ। ਇਹ ਅੰਧਾ ਅਗਿਆਨੀ ਪੁਰਖ ਤਾਂ ਉਸ ਪਰਮੇਸ਼ਰ ਨੂੰ ਦੂਰ ਜਾਣਦਾ ਹੈ। ਜੋ ਠਾਕੁਰ ਸਦ ਸਦਾ ਹਜੂਰੇ, ਜੋ ਜਿਹੜਾ ਠਾਕੁਰ ਮਾਲਕ ਪਰਮੇਸ਼ਰ ਉਤਪਤੀ ਪਾਲਣਾ ਤੇ ਲਹਿਤਾ ਕਰਨ ਵਾਲਾ ਹੈ, ਹਮੇਸ਼ਾ ਹਮੇਸ਼ਾ ਹੀ ਨੇੜੇ ਤੋਂ ਨੇੜੇ ਸਾਹਮਣੇ ਭਾਵ ਸਨਮੁਖ ਹੈ, ਤਾਂ ਕੋ ਅੰਧਾ ਜਾਣਤ ਦੂਰੇ। ਇਹ ਅੰਧਾ ਅਗਿਆਨੀ ਪੁਰਖ ਉਸ ਵਾਹਿਗੁਰੂ ਨੂੰ ਦੂਰ ਜਾਣਦਾ ਹੈ। ਜਾਂ ਕੀ ਟਹਿਲ ਪਾਵੈ ਦਰਗਹਿ ਮਾਨ, ਜਿਸ ਦੀ ਟਹਿਲ ਸੇਵਾ ਕਰਕੇ ਜੀਵ ਦਰਗਹਿ ਭਾਵ ਪਰਲੋਕ ਵਿੱਚ ਮਾਨ ਇੱਜ਼ਤ ਪਾ ਸਕਦਾ ਹੈ। ਤਿਸਹਿ ਵਿਸਾਰੈ ਮੁਗਧ ਅਜਾਨ, ਤਿਸਹਿ ਉਸ ਪਰਮੇਸ਼ਰ ਨੂੰ ਵਿਵਹਾਰਾਂ ਵੱਲੋਂ ਮੂਰਖ ਤੇ ਪਰਮਾਰਥ ਵੱਲੋਂ ਅਣਜਾਣ ਜੀਵ ਵਿਸਾਰੀ ਬੈਠਾ ਹੈ, ਭੁਲਾਈ ਬੈਠਾ ਹੈ। ਸਦਾ ਸਦਾ ਇਹੋ ਭੂਲਣਹਾਰ, ਇਹ ਜੀਵ ਨਿਤਾ ਪ੍ਰਤੀ ਭੁੱਲਣਹਾਰ, ਭੁੱਲਣ ਵਾਲਾ ਹੈ। ਨਾਨਕ ਰਾਖਣਹਾਰ ਅਪਾਰ, ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ, ਇੱਕ ਤੂੰ ਹੀ ਸਾਰਿਆਂ ਦੀ ਰਾਖਣਹਾਰ ਰੱਖਿਆ ਕਰਨ ਵਾਲਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਸੋੜ ਝੂਠ ਸੰਗ ਮਚੈ। ਹਰੀ ਵਾਹਿਗੁਰੂ ਦੇ ਨਾਮ ਰਤਨ ਨੂੰ ਤਿਆਗ ਕੇ ਛੱਡ ਕੇ ਜੀਵ ਮਾਇਆ ਰੂਪੀ ਕੌਡੀ ਨਾਲ ਰਚ ਰਿਹਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਕਿ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਤਿਆਗ ਕੇ ਛੱਡ ਕੇ ਜੀਵ ਕੌਡੀ ਸੰਗ ਰਚੈ, ਮਾਇਆ ਰੂਪੀ ਕੌਡੀ ਦੇ ਨਾਲ ਰਚ ਰਿਹਾ ਹੈ, ਮੋਹ ਕਰ ਰਿਹਾ ਹੈ, ਪਿਆਰ ਕਰ ਰਿਹਾ ਹੈ। ਸਾਚ ਸੋੜ ਸੱਚੇ ਨਾਮ ਨੂੰ ਛੱਡ ਕੇ ਝੂਠ ਸੰਗ ਮਚੈ, ਝੂਠਿਆਂ ਨਾਲ ਖਚਤ ਹੋ ਰਿਹਾ ਹੈ, ਤੇ ਝੂਠਿਆਂ ਦੇ ਨਾਲ ਮਚੈ ਹੁੰਦਾ ਖਚਤ ਹੋ ਰਿਹਾ ਹੈ। ਜੋ ਛੱਡਣਾ, ਜਿਹੜਾ ਸਰੀਰ ਨੂੰ ਛੱਡਣਾ ਛੱਡ ਜਾਣਾ ਹੈ, ਜਿਹੜੇ ਸਰੀਰ ਨੂੰ ਛੱਡ ਜਾਣਾ ਹੈ, ਸੋ ਅਸਥਿਰ ਕਰ ਮਾਨੈ, ਸੋ ਉਸ ਸਰੀਰ ਨੂੰ ਅਸਥਿਰ ਸਥਿਤ ਕਰਕੇ ਮੰਨਦਾ ਹੈ ਕਿ ਸਦਾ ਰਹਿਣਾ ਹੈ। ਜੋ ਹੋਵਨ, ਜੋ ਜਿਹੜਾ ਹੋਵਨ ਹੋਣਾ ਹੈ, ਸੋ ਦੂਰ ਪਰਾਨੈ, ਉਸ ਨੂੰ ਦੂਰ ਪਛਾਣਦਾ ਹੈ, ਭਾਵ ਮੌਤ ਨੂੰ ਦੂਰ ਜਾਣਦਾ ਹੈ ਕਿ ਮੌਤ ਆਉਣੀ ਹੀ ਨਹੀਂ। ਛੋੜ ਜਾਏ, ਜਿਹੜੇ ਪਦਾਰਥਾਂ ਸੰਬੰਧੀਆਂ ਨੂੰ ਛੱਡਣਾ ਹੈ, ਤਿਸ ਕਾ ਸ਼ਰਮ ਕਰੈ, ਕਿ ਉਹਨਾਂ ਵਾਸਤੇ ਮਾਇਆ ਇਕੱਠੀ ਕਰਨ ਦਾ ਸ਼ਰਮ ਯਤਨ ਕਰਦਾ ਰਹਿੰਦਾ ਹੈ। ਸੰਗ ਸਹਾਈ ਤਿਸ ਪਰ ਹਰੈ, ਜੋ ਵਾਹਿਗੁਰੂ ਸੰਗੀ ਹੈ, ਜੋ ਵਾਹਿਗੁਰੂ ਸੰਗੀ ਹੋ ਕੇ ਸਹਾਈ ਸਹਾਇਤਾ ਕਰਨ ਵਾਲਾ ਹੈ, ਤਿਸ ਪਰ ਹਰੈ,
ਉਸ ਤੋਂ ਪਰਹਰੇ ਪਰੇ ਹੋ ਜਾਂਦਾ ਹੈ, ਭਾਵ ਉਸ ਪਰਮੇਸ਼ਰ ਨੂੰ ਛੱਡ ਦਿੰਦਾ ਹੈ ਜਿਸ ਨੇ ਸੰਗੀ ਹੋਣਾ ਹੈ, ਸਹਾਈ ਸਹਾਇਤਾ ਕਰਨ ਵਾਲਾ ਹੋਣਾ ਹੈ। ਚੰਦਨ ਲੇਪ ਉਤਾਰੈ ਧੋਏ, ਐਸੀ ਹਾਲਤ ਹੈ ਇਸ ਜੀਵ ਦੀ ਕਿ ਜਿਵੇਂ ਕਿਸੇ ਗਧੇ ਤਾਈਂ ਗੰਗਾ ਜਲ ਨਾਲ ਧੋ ਕੇ ਚੰਦਨ ਦਾ ਲੇਪਨ ਕਰ ਦੇਵੇ ਤਾਂ ਗਧਾ ਮਿੱਟੀ 'ਤੇ ਲੇਟ ਕੇ ਧੋ ਕੇ ਉਤਾਰ ਦਿੰਦਾ ਹੈ, ਕਿਉਂਕਿ ਗਰਦਵ ਪ੍ਰੀਤ ਭਸਮ ਸੰਗ ਹੋਏ, ਕਿਉਂਕਿ ਗਰਦਵ ਗਧੇ ਦੀ ਪ੍ਰੀਤੀ ਭਸਮ ਨਾਲ ਸੁਆਹ ਨਾਲ ਹੁੰਦੀ ਹੈ ਕਿ ਚੰਦਨ ਲੇਪ ਉਤਾਰੈ ਧੋਏ, ਗਰਦਵ ਪ੍ਰੀਤ ਭਸਮ ਸੰਗ ਹੋਏ। ਜੋ ਗਧੇ ਦੀ ਨਿਆਈ ਕਾਮੀ ਜੀਵ ਹੈ, ਇਸ ਦੇ ਤਾਈਂ ਵੈਰਾਗ ਰੂਪੀ ਪਾਣੀ ਪਾ ਕੇ ਧੋ ਕੇ ਭਗਤੀ ਦੇ ਵਚਨਾਂ ਰੂਪੀ ਚੰਦਨ ਦੀ ਮਹਿਕ ਪਾ ਦੇਈਏ, ਭਾਵ ਲੇਪਨ ਕਰ ਦੇਈਏ, ਤਾਂ ਵੀ ਵਿਸ਼ਿਆਂ ਰੂਪੀ ਮਿੱਟੀ 'ਤੇ ਲੇਟਣ ਕਰਕੇ ਉਤਾਰ ਦਿੰਦਾ ਹੈ। ਮਨ ਰੂਪ ਗਰਦਵ ਗਧੇ ਦੀ ਵਿਸ਼ੇ ਰੂਪੀ ਭਸਮ ਸਵਾਹ ਨਾਲ ਪ੍ਰੀਤੀ ਹੋਣ ਕਰਕੇ ਉਸ ਵਿੱਚ ਲਿਟ ਕੇ ਭਗਤੀ ਦੇ ਬਾਚਨ ਲਾ ਦਿੰਦਾ ਹੈ। ਅੰਧਕੂਪ ਮੈਂ ਪਤਤ ਵਿਕਰਾਲ, ਸੰਸਾਰ ਰੂਪੀ ਵਿਕਰਾਲ ਬਹੁਤ ਭਿਆਨਕ ਅੰਧ ਅੰਨੇ ਖੂਹ ਵਿੱਚ ਪਤਤ ਪਾਪੀ ਪੁਰਖ ਗਿਰ ਰਹੇ ਹਨ। ਅੰਧਕੂਪ ਮੈਂ ਪਤਤ ਵਿਕਰਾਲ, ਸੰਸਾਰ ਰੂਪੀ ਬਹੁਤ ਭਿਆਨਕ ਅੰਨੇ ਖੂਹ ਵਿੱਚ ਪਾਪੀ ਪੁਰਸ਼ ਗਿਰ ਰਹੇ ਹਨ, ਡਿੱਗ ਰਹੇ ਹਨ। ਨਾਨਕ ਕਾਢ ਲਿਓ ਪ੍ਰਭ ਦਇਆਲ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਦਇਆਲ, ਦਇਆ ਦੇ ਘਰ ਪ੍ਰਭੂ ਹਰੀ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਕੱਢ ਲੈਣਾ ਕਰੋ। ਜੈਸਾ ਕਿ ਅੰਧਕੂਪ ਮੈਂ ਪਤਤ ਹੋਤ ਜਗ ਸੰਤ ਹੋ ਕਰਹੋ ਪਰਮ ਗਤ ਮੋਰੀ, ਕਿ ਇਹ ਸੰਸਾਰ ਅੰਨੇ ਖੂਹ ਦੇ ਵਿੱਚ, ਭਿਆਨਕ ਖੂਹ ਦੇ ਵਿੱਚ, ਸੰਸਾਰ ਰੂਪੀ ਖੂਹ ਦੇ ਵਿੱਚ ਗਿਰ ਰਹੇ ਹਨ ਕਿ ਹੇ ਮਹਾਰਾਜ, ਇਹਨਾਂ ਜੀਵਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਕੱਢ ਲੈਣਾ ਕਰੋ। ਅਗਲੇ ਪਦੇ ਦੇ ਵਿੱਚ, ਪੰਜਵੇਂ ਪਦੇ ਦੇ ਵਿੱਚ ਜੀਵ ਨੂੰ ਬੜੇ ਲਾਂਭੇ ਦੇ ਰਹੇ ਹਨ ਮਹਾਰਾਜ ਜੀ। ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਇਸ ਜੀਵ ਦੀ ਕਰਤੂਤ ਕਰਨੀ ਪਸ਼ੂਆਂ ਵਾਲੀ, ਡੰਗਰਾਂ ਵਾਲੀ ਹੈ ਅਤੇ ਜਾਤੀ ਮਨੁੱਖਾਂ ਦੇਹੀ ਵਾਲੀ ਹੈ। ਲੋਕ ਪਚਾਰਾ ਕਰੈ ਦਿਨ ਰਾਤ, ਦਿਨ ਰਾਤੇ ਲੋਕ ਪਚਾਰਾ, ਲੋਕ ਦਿਖਾਵੇ ਦੀਆਂ ਗੱਲਾਂ ਕਰਦਾ ਰਹਿੰਦਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਇਸ ਜੀਵ ਦੀ ਕਰਤੂਤ ਕਰਨੀ ਪਸ਼ੂਆਂ ਵਾਲੀ ਹੈ, ਡੰਗਰਾਂ ਵਾਲੀ ਹੈ ਅਤੇ ਜਾਤੀ ਮਨੁੱਖਾ ਦੇਹੀ ਵਾਲੀ ਹੈ। ਲੋਕ ਪਚਾਰਾ ਕਰੈ ਦਿਨ ਰਾਤ, ਦਿਨ ਰਾਤੇ ਲੋਕ ਪਚਾਰਾ, ਲੋਕ ਦਿਖਾਵੇ ਦੀਆਂ ਗੱਲਾਂ ਕਰਦਾ ਰਹਿੰਦਾ ਹੈ। ਬਾਹਰ ਭੇਖ ਅੰਤਰ ਮਲ ਮਾਇਆ, ਕਿ ਬਾਹਰੋਂ ਲੋਕ ਦਿਖਾਵੇ ਦਾ ਭੇਖ ਲਿਬਾਸ ਬਣਾਇਆ ਹੋਇਆ ਹੈ, ਤੇ ਅੰਤਰ ਮਲ ਮਾਇਆ, ਅੰਦਰ ਮਾਇਆ ਦੀ ਮੈਲ ਲੱਗੀ ਹੋਈ ਹੈ। ਭਾਵੇਂ ਮਾੜੇ ਕਰਮ ਲੋਕਾਂ ਤੋਂ ਛੁਪਾ ਕੇ ਕਰਦਾ ਹੈ, ਪਰ ਛਾਪਿਸ਼ ਨਾਹੇ ਕਸ ਕਰੈ ਛਪਾਇਆ, ਕਿ ਹਰੀ ਪਰਮੇਸ਼ਰ ਤੋਂ ਕੁਝ ਵੀ ਛਾਪਣਾ ਨਹੀਂ ਹੁੰਦਾ, ਛਪਾਇਆ ਨਹੀਂ ਜਾ ਸਕਦਾ। ਛਾਪਿਸ਼ ਨਾਹੇ ਕਸ ਕਰੈ ਛਪਾਇਆ, ਕਿ ਭਾਵੇਂ ਮਾੜੇ ਕਰਮ ਲੋਕਾਂ ਤੋਂ ਛਪਾ ਕੇ ਕਰਦਾ ਹੈ, ਪਰ ਹਰੀ ਪਰਮੇਸ਼ਰ ਤੋਂ ਕੁਝ ਵੀ ਛਪਾ ਨਹੀਂ ਸਕਦਾ। ਬਾਹਰ ਗਿਆਨ ਧਿਆਨ ਇਸ਼ਨਾਨ, ਬਾਹਰੋਂ ਗਿਆਨ ਦੀਆਂ ਗੱਲਾਂ ਕਰਦਾ ਹੈ। ਬਾਹਰ ਗਿਆਨ ਧਿਆਨ ਇਸ਼ਨਾਨ, ਕਿ ਬਾਹਰੋਂ ਗਿਆਨ ਦੀਆਂ ਗੱਲਾਂ ਕਰਦਾ ਹੈ ਤੇ ਯੋਗਾ ਆਦਿਕ ਧਿਆਨ ਲਗਾਉਂਦਾ ਹੈ। ਇਸ਼ਨਾਨ ਅਤੇ ਤੀਰਥਾਂ 'ਤੇ ਇਸ਼ਨਾਨ ਕਰਕੇ ਨਿਰਮਲਤਾ ਮੰਨਦਾ ਹੈ ਕਿ ਮੈਂ ਪਵਿੱਤਰ ਹੋ ਗਿਆ ਹਾਂ, ਪਰ ਅੰਤਰ ਵਿਆਪੈ ਲੋਭ ਸੁਹਾਨ, ਅੰਦਰ ਹਿਰਦੇ ਵਿੱਚ ਲਾਲਚ ਰੂਪੀ ਸੁਹਾਨ ਕੁੱਤਾ ਵਿਆਪਕ ਭਾਵ ਚਿੰਬੜਿਆ ਹੋਇਆ ਹੈ। ਬਾਹਰੋਂ ਗਿਆਨ ਦੀਆਂ ਗੱਲਾਂ ਕਰਦਾ ਹੈ ਤੇ ਯੋਗਾ ਆਦਿਕ
ਧਿਆਨ ਲਗਾਉਂਦਾ ਹੈ ਅਤੇ ਤੀਰਥਾਂ 'ਤੇ ਇਸ਼ਨਾਨ ਕਰਕੇ ਨਿਰਮਲਤਾ ਮੰਨਦਾ ਹੈ ਕਿ ਪਵਿੱਤਰ ਹੋ ਗਿਆ ਹਾਂ, ਪਰ ਹਿਰਦੇ ਅੰਦਰ ਲੋਭ ਰੂਪੀ ਲਾਲਚ ਰੂਪੀ ਕੁੱਤਾ ਵਿਆਪ ਰਿਹਾ ਹੈ, ਚਿੰਬੜਿਆ ਹੋਇਆ ਹੈ। ਅੰਤਰ ਅਗਿਆਨ ਬਾਹਰ ਤਨ ਸੁਆਹਾ। ਹਿਰਦੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਹੈ, ਹਿਰਦੇ ਅੰਦਰ ਤ੍ਰਿਸ਼ਨਾ ਰੂਪੀ ਅਗਨ ਅੱਗ ਹੈ ਅਤੇ ਬਾਹਰ ਤਨ ਸੁਆਹਾ, ਅਤੇ ਬਾਹਰੋਂ ਸਰੀਰ ਤੇ ਸੁਆਹ ਮਲ ਕੇ ਸਾਧ ਬਣਦਾ ਹੈ। ਗਲ ਪਾਥਰ ਕੈਸੇ ਤਰ੍ਹਾਂ ਅਥਾਹ, ਅਤੇ ਗਲ ਵਿੱਚ ਪਾਪਾਂ ਰੂਪੀ ਪੱਥਰ ਬੰਨੇ ਹੋਏ ਹਨ। ਸੰਸਾਰ ਰੂਪੀ ਡੂੰਘੇ ਸਮੁੰਦਰ ਤੋਂ ਕਿਸ ਤਰ੍ਹਾਂ ਤਰੇਗਾ, ਭਾਵ ਨਹੀਂ ਤਰਨਾ ਹੋਣਾ। ਜਾਂ ਕੈ ਅੰਤਰ ਬਸੈ ਪ੍ਰਭ ਆਪ, ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਮੇਰਾ ਪ੍ਰਭੂ ਹਰੀ ਵਾਹਿਗੁਰੂ ਆਪ ਵਸਦਾ ਹੈ। ਨਾਨਕ ਤੇ ਜਨ ਸਹਿਜ ਸਮਾਤ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਜਨ ਉਹ ਪੁਰਖ ਤਾਂ ਸੋਤੇ ਸਿੱਧ ਹਰੀ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ, ਇੱਕ ਮਿਕ ਹੋ ਜਾਂਦੇ ਹਨ। ਜਾਂ ਕੈ ਅੰਤਰ ਵਸੈ ਪ੍ਰਭ ਆਪ, ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਹਰੀ ਵਾਹਿਗੁਰੂ ਆਪ ਵਸਦਾ ਹੈ। ਨਾਨਕ ਤੇ ਜਨ ਸਹਿਜ ਸਮਾਤ। ਸਤਿਗੁਰੂ ਜੀ ਕਥਨ ਕਰਦੇ ਹਨ ਉਹ ਜਨ ਉਹ ਪੁਰਖ ਸੋਤੇ ਸਿੱਧ ਹਰੀ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਅੱਗੇ ਪੰਜਵੇਂ ਪਦੇ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਏ ਲੇਹੋ ਓੜ ਨਿਵਹਾਵੈ। ਜਿਵੇਂ ਅੰਨੇ ਨੂੰ ਕਹੀਏ ਕਿ ਆਹ ਰਸਤਾ ਤੁਰਿਆ ਜਾ, ਇਤਨੀ ਗੱਲ ਸੁਣ ਕੇ ਅੰਨਾ ਕਿਵੇਂ ਰਸਤਾ ਪਾਵੇਗਾ ਕਿ ਕਿੱਧਰ ਨੂੰ ਜਾਣਾ ਹੈ। ਦੱਸੇ ਤੋਂ ਅੰਨੇ ਤੋਂ ਰਸਤੇ 'ਤੇ ਚੱਲਿਆ ਨਹੀਂ ਜਾਂਦਾ। ਹਾਂ, ਜੇਕਰ ਕੋਈ ਉਸ ਦਾ ਹੱਥ ਪਕੜ ਲਵੇ ਤੇ ਓੜਕ ਤੱਕ ਪਹੁੰਚਾ ਦੇਵੇ, ਜਿੱਥੇ ਉਸਨੇ ਪਹੁੰਚਣਾ ਹੈ ਉੱਥੋਂ ਤੱਕ, ਉਸ ਮੰਜ਼ਿਲ ਤੱਕ ਪਹੁੰਚਾ ਸਕਦਾ ਹੈ। ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਏ ਲੇਹੋ ਓੜ ਨਿਵਹਾਵੈ। ਕਿ ਉਸ ਦਾ ਹੱਥ ਪਕੜ ਲਵੇ ਤੇ ਓੜਕ ਤੱਕ ਨਿਵਹਾਵੈ ਪਹੁੰਚਾ ਦੇਵੇ, ਤਾਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਇਸੇ ਪ੍ਰਕਾਰ ਮਨ ਬੁੱਧ ਰੂਪ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ। ਕੇਵਲ ਵੇਦ ਸ਼ਾਸਤਰਾਂ ਦੇ ਸੁਣਨੇ ਕਰਕੇ ਅਗਿਆਨ ਜੀਵ ਅੰਨਾ ਜੀਵ ਕਿਸ ਪ੍ਰਕਾਰ ਭਗਤੀ ਸਹਿਤ ਗਿਆਨ ਰੂਪੀ ਰਾਹ 'ਤੇ ਪਵੇਗਾ। ਜੇ ਗੁਰੂ ਸਾਹਿਬ ਜੀ ਮਨ ਰੂਪੀ ਹੱਥ ਨੂੰ ਪਕੜ ਲੈਣ ਤਾਂ ਓੜਕ ਤੱਕ ਨਿਭ ਸਕਦੀ ਹੈ, ਧੁਰ ਤੱਕ ਨਿਭ ਸਕਦੀ ਹੈ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ। ਜਿਵੇਂ ਕੰਨਾਂ ਤੋਂ ਡੋਰਾ ਹੁੰਦਾ ਹੈ ਬੋਲਾ ਪੁਰਸ਼, ਬੁਝਾਰਤ ਤੇ ਗੋਹਜ ਭਰੀ ਗੱਲ ਨੂੰ ਕਿਵੇਂ ਸਮਝੇਗਾ। ਜੇ ਉਸ ਨੂੰ ਨਿਸ ਕਹੀਏ, ਨਿਸ ਰਾਤ ਕਹੀਏ ਤਾਂ ਸਵੇਰਾ ਸਮਝਦਾ ਹੈ, ਭਾਵ ਉਲਟ ਸਮਝਦਾ ਹੈ। ਤਉ ਸਮਝੈ ਭੋਰਾ, ਭੋਰਾ ਕਹਿ ਕਿ ਸਵੇਰੇ ਨੂੰ, ਕਿ ਉਹ ਸਵੇਰਾ ਸਮਝਦਾ ਹੈ। ਇਸੇ ਪ੍ਰਕਾਰ ਜੀਵ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਬੋਲਾ ਹੈ। ਜੇ ਉਸ ਨੂੰ ਗਿਆਨ ਦੀਆਂ ਬੁਝਾਰਤਾਂ ਗੋਹਜ ਭਰੀਆਂ ਗੱਲਾਂ ਨਾਲ ਜੀਵ ਇਸ ਦੀ ਏਕਤਾ ਬਾਰੇ ਦੱਸੀਏ ਤਾਂ ਉਹ ਕਿਵੇਂ ਸਮਝੇਗਾ। ਜੇ ਜੀਵ ਨੂੰ ਅਵਿਦਿਆ ਰੂਪੀ ਰਾਤ ਕਹੀਏ, ਭਾਵ ਸੰਸਾਰ ਨੂੰ ਰਾਤ ਦੀ ਨਿਆਈ ਝੂਠਾ ਕਹੀਏ, ਤਾਂ ਸੰਸਾਰ ਨੂੰ ਸਵੇਰੇ ਭਾਵ ਦਿਨੇ ਚਾਨਣੇ ਦੀ ਤਰ੍ਹਾਂ ਨਿਤ ਰਹਿਣ ਵਾਲਾ ਸਮਝਦਾ ਹੈ।
ਇਸੇ ਪ੍ਰਕਾਰ ਜੇਕਰ ਆਤਮਾ ਨੂੰ ਦਿਨ ਦੀ ਨਿਆਈ ਪ੍ਰਕਾਸ਼ ਰੂਪ ਕਹੀਏ ਤਾਂ ਉਹ ਆਤਮਾ ਨੂੰ ਰਾਤ ਦੀ ਨਿਆਈ ਝੂਠਾ ਸਮਝਦਾ ਹੈ। ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਭੀ ਸੁਰ ਭੰਗ। ਜੇ ਗੁੰਗ ਜਵਾਨ ਤੋਂ ਗੂੰਗਾ, ਜਵਾਨ ਤੋਂ ਹੀਣੇ ਨੂੰ ਕਹੀਏ ਕਿ ਬਿਸਨ ਪਦ, ਵਿਸ਼ਨੂੰ ਦੇ ਗੀਤ, ਵਿਸ਼ਨੂੰ ਪਦਵੀ ਦੇ ਜਸ ਗਾ, ਉਹ ਕਿਵੇਂ ਗਾਵੇਗਾ? ਜਤਨ ਕਰੈ ਤੋ ਭੀ ਸੁਰ ਭੰਗ, ਜੇ ਜਤਨ ਕੋਸ਼ਿਸ਼ ਕਰੇ ਤਾਂ ਵੀ ਸੁਰ ਵਿੱਚ ਭੰਗ ਹੁੰਦਾ ਹੈ, ਵਿਘਨ ਪੈ ਜਾਂਦਾ ਹੈ। ਜੋ ਪ੍ਰੀਤ ਰੂਪੀ ਜ਼ੁਬਾਨ ਤੋਂ ਹੀਣਾ ਹੈ ਉਹ ਮਹਾ ਬਿਸਨ, ਵਿਸ਼ਨੂੰ ਪਦਵੀ ਦੇ ਮਾਲਕ ਹਰੀ ਵਾਹਿਗੁਰੂ ਦੇ ਜਸ ਨੂੰ ਕਿਵੇਂ ਗਾਵੇਗਾ? ਜੇ ਯਤਨ ਕਰੇ ਤਾਂ ਵੀ ਸੁਰਤੀ ਪਦਾਰਥਕਾਰ ਹੋ ਕੇ ਵਿਘਨ ਪਾਵੇਗੀ। ਕਹਿ ਪਿੰਗਲ ਪਰਬਤ ਪਰ ਭਾਵਨ, ਨਹੀਂ ਹੋਤ ਊਹਾ ਉਸ ਗਾਵਨ। ਕਹਿ ਪਿੰਗਲ ਪਰਬਤ ਪਰ ਭਾਵਨ, ਜੇ ਪਿੰਗਲ ਪੈਰਾਂ ਤੋਂ ਹੀਣੇ ਪੁਰਸ਼ ਨੂੰ ਕਹੀਏ ਕਿ ਪਰਬਤ ਪਹਾੜ ਉੱਪਰ ਫਿਰ ਕੇ ਆ ਜਾ, ਚੜ੍ਹ ਕੇ ਆ। ਜੇ ਪਹਾੜ ਤੇ ਭਵਨ ਘਰ ਹੋਵੇ ਉਹ ਕਿਵੇਂ ਚੜ੍ਹੇਗਾ? ਨਹੀਂ ਹੋਤ ਊਹਾ ਉਸ ਗਾਵਨ, ਕਿ ਊਹਾ ਉੱਥੇ ਉਸ ਦਾ ਗਾਵਨ, ਉਸ ਦਾ ਜਾਣਾ ਨਹੀਂ ਹੁੰਦਾ, ਭਾਵ ਵਿਚਰਨਾ ਨਹੀਂ ਹੋ ਸਕਦਾ। ਕਿ ਜੇ ਸਾਧਨਾ ਰੂਪੀ ਪਿੰਗਲ, ਸਾਧਨਾ ਰੂਪੀ ਪੈਰਾਂ ਤੋਂ ਹੀਣਾ ਪੁਰਖ ਹੈ, ਉਹ ਪਹਾੜ ਦੀ ਨਿਆਈ ਅਚਲ ਪਰਮਾਤਮਾ ਭਾਵ ਬ੍ਰਹਮ ਰੂਪੀ ਘਰ ਕਿਵੇਂ ਟਿਕ ਸਕਦਾ ਹੈ? ਮਹਾਰਾਜ ਜੀ ਸਮਝਾ ਰਹੇ ਹਨ ਕਿ ਅਗਿਆਨ ਤੋਂ ਪਰੇ ਨਹੀਂ ਹੋ ਸਕਦਾ। ਸਰੂਪ ਰੂਪੀ ਪਰਬਤ ਤੇ ਘਰ ਨਹੀਂ ਬਣਾ ਸਕਦਾ, ਉਸ ਦਾ ਉੱਥੇ ਗਿਆਨ ਰੂਪੀ ਪਰਬਤ ਤੇ ਜਾਣਾ ਨਹੀਂ ਹੁੰਦਾ, ਭਾਵ ਉਸ ਦੀ ਬਿਰਤੀ ਬ੍ਰਹਮ ਦਾ ਆਸਰਾ ਧਾਰਨ ਨਹੀਂ ਕਰ ਸਕਦੀ। ਤਾਂ ਕਿਵੇਂ ਇਸ ਬਿਰਤੀ ਨੂੰ ਪਾਵੇਗਾ? ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਹੇ ਕਰਤਾਰ ਕਰਤਾ ਪੁਰਖ, ਕਰਨਾ ਮੈਂ ਕਿਰਪਾਲੂ ਸਰੂਪ ਪਰਮੇਸ਼ਰ, ਤੇਰੇ ਹੱਥ ਵਿੱਚ ਸਾਰਿਆਂ ਦੀ ਤਾਰ ਹੈ। ਅਸੀਂ ਦੀਨ ਹਾਂ, ਅਸੀਂ ਗਰੀਬ ਹੋ ਕੇ ਬੇਨਤੀ ਅਰਦਾਸ ਕਰਦੇ ਹਾਂ। ਸਤਿਗੁਰੂ ਜੀ ਕਥਨ ਕਰਦੇ ਹਨ, ਨਾਨਕ ਤੁਮਰੀ ਕਿਰਪਾ ਤਰੈ। ਕਿ ਮਹਾਰਾਜ ਜੀ ਕਥਨ ਕਰਦੇ ਹਨ ਕਿ ਤੁਮਰੀ, ਤੁਹਾਡੀ ਕਿਰਪਾ, ਤੁਹਾਡੀ ਮਿਹਰ ਨਾਲ ਹੀ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ, ਮੁਕਤ ਹੋ ਸਕੀਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਵਾਇਆ ਹੈ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ, ਕਰਤਾਰ ਕਰਨਾ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਕਿ ਹੇ ਕਰਤਾਰ ਕਰਤਾ ਪੁਰਖ, ਕਰਨਾ ਮੈਂ ਕਿਰਪਾਲੂ ਸਰੂਪ ਪਰਮੇਸ਼ਰ, ਤੇਰੇ ਹੱਥ ਵਿੱਚ ਸਾਰਿਆਂ ਦੀ ਤਾਰ ਹੈ। ਅਸੀਂ ਗਰੀਬ ਹੋ ਕੇ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ। ਨਾਨਕ ਤੁਮਰੀ ਕਿਰਪਾ ਤਰੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤੁਮਰੀ, ਤੁਹਾਡੀ ਮਿਹਰ ਕਿਰਪਾ ਨਾਲ ਹੀ ਸੰਸਾਰ ਸਮੁੰਦਰ ਤੋਂ ਤਰੈ, ਤਾਰ ਭਾਵ ਮੁਕਤ ਹੋ ਸਕੀਦਾ ਹੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸੁਖਮਣੀ ਸਾਹਿਬ, ਸੁਖਮਣੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ ਕਿ ਮਹਾਰਾਜ ਬੜੇ ਹੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ।